ਕਹਾਣੀਕਾਰ ਵੀਨਾ ਵਰਮਾ ਦੀ ਲਿਖੀ ਹੋਈ ਕਹਾਣੀ ਹੈ ਮੁੱਲ ਦੀ ਤੀਵੀਂ। ਸਾਰੇ ਪਿੰਡ ਵਿੱਚ ਰੌਲਾ ਪੈ ਗਿਆ ਸੀ। ਡਰਾਈਵਰ ਮੱਘਰ ਸਿੰਘ ਦੇ ਘਰ ਵਿੱਚ ਬੰਗਾਲਣ ਆਈ ਹੋਈ ਹੈ, ਕਾਲੀ ਜਿਹੀ ਨਿੱਕੇ ਜਿਹੇ ਕੱਦ ਦੀ ਔਰਤ। ਅੱਜ ਸਵੇਰੇ ਦੇਸੂ ਰਾਮ ਦੀ ਹੱਟੀ ਤੋਂ ਦਾਲ ਤੇ ਚੌਲ ਖਰੀਦਣ ਆਈ ਸੀ। ਪਹਿਲਾਂ ਤਾਂ ਇਹ ਤੀਵੀਂ ਕਦੇ ਕਿਸੇ ਨੇ ਪਿੰਡ 'ਚ ਦੇਖੀ ਨਹੀਂ। ਆਸ-ਪਾਸ ਖੜੇ ਗਾਹਕਾਂ ਨੇ ਘੁਸਰ-ਮੁਸਰ ਕੀਤੀ। ਉਹ ਦਾਲ ਤੇ ਚੌਲਾਂ ਦੇ ਪੁੜੇ ਫੜ ਕੇ ਬਾਹਰ ਨਿਕਲੀ ਤਾਂ 3 ਬੰਦੇ ਉਸ ਦੇ ਮਗਰ ਹੀ ਤੁਰ ਪਏ। ਕਿਸੇ ਅਣਜਾਣ ਔਰਤ ਦੀਆਂ ਪੈੜਾਂ ਨੱਪਦੇ ਉਹ ਪਿੰਡ ਦੇ ਬਾਹਰ ਤੱਕ ਚਲੇ ਗਏ। ਪਿੰਡ ਦੇ ਬਾਹਰ ਜਿੱਥੇ ਡਰਾਈਵਰ ਮੱਘਰ ਸਿੰਘ ਦਾ ਕੱਚਾ ਜਿਹਾ ਘਰ ਸੀ ਤੇ ਕਈ ਵਾਰ ਉਸ ਦਾ ਟਰੱਕ ਉੱਥੇ ਖੜਾ ਹੁੰਦਾ। ਡਰਾਈਵਰ ਮੱਘਰ ਸਿੰਘ ਕੌਣ ਸੀ, ਕੀ ਕਰਦਾ ਸੀ, ਕਿਸੇ ਨੂੰ ਕੁਝ ਨਹੀਂ ਪਤਾ। ਮੱਘਰ ਸਿੰਘ ਦੀ ਇਸ ਪਿੰਡ ਨਾਲ ਕੋਈ ਸਾਂਝ ਨਹੀਂ ਸੀ। 2 ਸਾਲ ਹੋਏ ਉਹ ਇਸ ਘਰ ਵਿੱਚ ਕਿਰਾਏ ਤੇ ਆ ਕੇ ਰਹਿਣ ਲੱਗ ਪਿਆ ਸੀ। ਕਦੇ ਉਹ ਪਿੰਡ 'ਚ ਨਹੀਂ ਵੜਿਆ ਤੇ ਨਾ ਕਦੇ ਕਿਸੇ ਨਾਲ ਉਸ ਨੇ ਬੋਲ ਬਰਾਲਾ ਕੀਤਾ ਸੀ। ਉਹ ਟਰੱਕ ਲੈ ਕੇ ਆਉਂਦਾ, ਘਰ ਵਿੱਚ ਚਲਾ ਜਾਂਦਾ ਤੇ ਦੂਜੇ ਦਿਨ ਜਦੋਂ ਉਸ ਨੇ ਵਾਪਸ ਜਾਣਾ ਹੁੰਦਾ, ਘਰ ਵਿੱਚੋਂ ਬਾਹਰ ਨਿਕਲਦਾ। ਘਰ ਤੋਂ ਬਾਹਰ ਕੀ ਹੁੰਦਾ ਹੈ ਮੱਘਰ ਸਿੰਘ ਨੂੰ ਕੋਈ ਪਤਾ ਨਹੀਂ ਸੀ। 1-2 ਵਾਰੀ ਉਹ ਜੰਗਲ ਪਾਣੀ ਨੂੰ ਖੇਤਾਂ ਵੱਲ ਗਿਆ ਤਾਂ ਕਿਸੇ ਨੇ ਉਸ ਨੂੰ ਬੁਲਾਉਣ ਦੀ ਹਿੰਮਤ ਨਾ ਕੀਤੀ। ਮੱਘਰ ਸਿੰਘ ਨੂੰ ਕੋਈ ਕਿਵੇਂ ਛੇੜੇ। ਮਾੜੇ ਧੀੜੇ ਬੰਦੇ ਦੀ ਤਾਂ ਉਸ ਨੂੰ ਦੇਖ ਕੇ ਸਤਿ ਸ੍ਰੀ ਅਕਾਲ ਕਰਨ ਦੀ ਜ਼ਰੂਰਤ ਨਹੀਂ ਸੀ ਹੁੰਦੀ। ਉੱਚਾ ਲੰਮਾ ਆਮ ਬੰਦੇ ਨਾਲੋਂ ਡੂਢੇ ਸਰੀਰ ਦਾ ਮੱਘਰ ਸਿੰਘ ਜਦੋਂ ਹਾਥੀ ਵਾਂਗ ਤੁਰਦਾ ਤਾਂ ਧਰਤੀ ਹਿਲਦੀ ਸੀ। ਕੁੰਡੀਆਂ ਮੁੱਛਾਂ, ਸਿਰ ਤੇ ਝਾਫੇ ਵਰਗੇ ਵਾਲ, ਗੋਰਾ ਗੁਲਾਬੀ ਰੰਗ ਤੇ ਅੱਖਾਂ 'ਚ ਹਰ ਵੇਲੇ ਲਾਲੀ। ਸ਼ਾਇਦ ਉਹ 24 ਘੰਟੇ ਸ਼ਰਾਬ ਪੀ ਰੱਖਦਾ ਸੀ। ਆਮ ਕਰਕੇ ਉਹ ਕਾਲੇ ਕੱਪੜੇ ਪਾ ਕੇ ਰੱਖਦਾ। ਕਿਉਂ, ਕੋਈ ਨਹੀਂ ਜਾਣਦਾ। ਕਾਲਾ ਤਹਿਮਤ, ਕਾਲਾ ਗੋਡਿਆਂ ਤੱਕ ਲੰਮਾ ਕੁਰਤਾ ਤੇ ਕਾਲਾ ਸਾਫਾ ਜਿਸ ਨੂੰ ਉਹ ਸਿਰ ਤੇ ਘੱਟ ਤੇ ਕੱਛ ਵਿੱਚ ਜ਼ਿਆਦਾ ਦੇ ਕੇ ਰੱਖਦਾ ਸੀ। ਉਹਨੂੰ ਦੂਰੋਂ ਆਉਂਦੇ ਨੂੰ ਦੇਖ ਕੇ ਖੇਤਾਂ ਵਿੱਚ ਕੰਮ ਕਰਦੀਆਂ ਔਰਤਾਂ 10 ਗਜ਼ ਪਿੱਛੇ ਹੋ ਕੇ ਤੁਰਦੀਆਂ। ਇਸ ਦਾ ਵੀ ਖਾਸ ਕਾਰਨ ਸੀ। ਮੱਘਰ ਸਿੰਘ ਕੋਲ ਆਏ ਦਿਨ 2-4 ਨਵੇਂ ਬੰਦੇ ਤੁਰੇ ਰਹਿੰਦੇ ਸਨ। ਉਸ ਦੇ ਨਾਲ ਦੇ ਡਰਾਈਵਰ ਤੇ ਟਰੱਕਾਂ ਦੀਆਂ ਲਾਈਨਾਂ ਉਸ ਦੇ ਘਰ ਅੱਗੇ ਲੱਗੀਆਂ ਰਹਿੰਦੀਆਂ। ਪਿੰਡ 'ਚ ਜਿਵੇਂ ਉਸ ਦੇ ਨਾਮ ਦੀ ਦਹਿਸ਼ਤ ਸੀ। ਆਮ ਸ਼ਰੀਫ ਬੰਦਾ ਉਸ ਦੇ ਲਾਗਿਓਂ ਨਹੀਂ ਲੰਘਦਾ ਸੀ, ਪਰ ਉਸ ਤੋਂ ਡਰਦਾ ਮਾਰਿਆ ਕੋਈ ਉਸ ਨੂੰ ਓਏ ਵੀ ਨਾ ਕਹਿੰਦਾ। ਇਸ ਪਿੰਡ 'ਚ ਕਿਸੇ ਨੂੰ ਨਹੀਂ ਪਤਾ ਸੀ ਕਿ ਮੱਘਰ ਸਿੰਘ ਕਦੇ ਪੁਲਿਸ 'ਚ ਥਾਣੇਦਾਰ ਹੁੰਦਾ ਸੀ। ਨਵੀਂ ਨੌਕਰੀ ਸੀ ਉਸ ਦੀ ਜਦੋਂ ਉਸ 'ਤੇ ਰਿਸ਼ਵਤਖੋਰੀ ਦਾ ਕੇਸ ਬਣਿਆ ਸੀ। ਕਿਸੇ ਗਲਤ ਬੰਦੇ ਤੋਂ ਪੈਸੇ ਲੈ ਕੇ ਖਾ ਲਏ ਸਨ ਉਸਨੇ ਤੇ ਅਗਲਿਆਂ ਨੇ ਮਨਿਸਟਰਾਂ ਤੱਕ ਪਹੁੰਚ ਕਰਕੇ ਥਾਣੇਦਾਰ ਦੀਆਂ ਫੀਤੀਆਂ ਲੁਹਾ ਦਿੱਤੀਆਂ ਸਨ। ਉਹ ਔਰਤ ਮੱਘਰ ਸਿੰਘ ਦੇ ਘਰ 'ਚ ਵੜ ਗਈ ਤਾਂ ਪਿੱਛਾ ਕਰਨ ਵਾਲਿਆਂ ਨੇ ਮੂੰਹ 'ਚ ਉਂਗਲਾਂ ਪਾ ਲਈਆਂ। ਹੈ, ਇਹ ਤੀਵੀਂ ਕੌਣ ਹੈ? ਮੱਘਰ ਸਿੰਘ ਦੇ ਘਰ ਕੀ ਕਰਦੀ ਹੈ? ਇਹਦੇ ਨਾ ਧੀ ਨਾ ਭੈਣ, ਆ ਕਿੱਥੋਂ ਆ ਗਈ? ਗੱਲ ਘੰਟੇ 'ਚ ਸਾਰੇ ਪਿੰਡ ਵਿੱਚ ਫੈਲ ਗਈ। ਲੋਕ ਦੂਰੋਂ ਪਾਰੋਂ ਮੱਘਰ ਸਿੰਘ ਦੇ ਘਰ ਦੇ ਆਸੇ-ਪਾਸੇ ਚੱਕਰ ਮਾਰਦੇ ਰਹੇ, ਪਰ ਅੰਦਰ ਜਾ ਕੇ ਦੇਖਣ ਦੀ ਹਿੰਮਤ ਕੋਈ ਨਾ ਕਰ ਸਕਿਆ। ਬਹੁਤ ਮਾੜੀ ਗੱਲ ਹੈ। ਐ ਪਿੰਡਾਂ 'ਚ ਕੁੱਤਖਾਨਾ ਹੋਣ ਲੱਗ ਪਿਆ ਤਾਂ ਸਭ ਦੀਆਂ ਧੀਆਂ ਭੈਣਾਂ ਤੇ ਮਾੜਾ ਅਸਰ ਪਊ। ਇੱਕ ਆਖਦਾ, ਲੈ ਐ ਕੀ ਪਤਾ, ਹੋ ਸਕਦਾ ਅਗਲੇ ਦੀ ਤੀਵੀਂ ਹੋਵੇ। ਦੂਜਾ ਸਲਾਹ ਦਿੰਦਾ, ਇਹਦੀ ਤੀਵੀਂ ਕਿੱਥੋਂ ਆ ਗਈ? ਅੱਗੇ ਨਾ ਕਦੇ ਪਿੱਛੇ ਕੋਈ ਤੀਵੀਂ ਕਿਸੇ ਨੇ ਨਹੀਂ ਦੇਖੀ। ਦਿਨ ਰਾਤ ਮਸਟੰਡੇ ਆਉਂਦੇ ਨੇ ਇਹਦੇ ਕੋਲ। ਅੱਜ ਤੱਕ ਬੁੜੀ ਤਾਂ ਨਹੀਂ ਕੋਈ ਆਈ ਇੱਥੇ। ਕੁੱਬੇ ਨਾਜਰ ਨੇ ਕਿਹਾ, ਵਿਆਹ ਕਰ ਲਿਆ ਹੋਣਾ ਭਾਈ, ਤੁਹਾਨੂੰ ਨਹੀਂ ਸੱਦਿਆ ਅਗਲੇ ਨੇ। ਡੋਗਰ ਪਾਲੀ ਨੇ ਗੱਲ ਹਾਸੇ 'ਚ ਉਡਾਈ, ਵਿਆਹ ਹੋਵੇ ਤਾਂ ਕਿਸੇ ਨੂੰ ਪਤਾ ਨਾ ਲੱਗੇ। ਬੁੜੇ ਜਗੀਰ ਸਿੰਘ ਨੇ ਗੁੱਸੇ ਵਿੱਚ ਕਿਹਾ। ਲੋਕਾਂ ਦਾ ਸਾਰਾ ਦਿਨ ਘੁਸਰ-ਮੁਸਰ ਵਿੱਚ ਨਿਕਲ ਗਿਆ। ਰਾਤ ਪਈ ਤੇ ਮੱਘਰ ਸਿੰਘ ਟਰੱਕ ਲੈ ਕੇ ਆ ਗਿਆ। ਟਰੱਕ ਆਪਣੇ ਘਰ ਦੇ ਬਾਹਰ ਉਸਨੇ ਖੜਾ ਕੀਤਾ। ਲੋਕ ਦੂਰੋਂ ਦੇਖਦੇ ਰਹੇ, ਪਰ ਮੱਘਰ ਸਿੰਘ ਕੋਲ ਜਾ ਕੇ ਕਿਸੇ ਨੇ ਨਾ ਪੁੱਛਿਆ। ਇਸ ਤਰ੍ਹਾਂ ਕਈ ਦਿਨ ਲੰਘ ਗਏ। ਹੁਣ ਉਹ ਔਰਤ ਆਮ ਹੋ ਗਈ ਸੀ। ਉਸ ਦਾ ਚਰਚਾ ਘਟ ਗਿਆ ਸੀ।
ਉਹ ਦੇਸੂ ਦੀ ਦੁਕਾਨ ਤੋਂ ਸਮਾਨ ਲੈਣ ਆਉਂਦੀ ਤੇ ਚਲੇ ਜਾਂਦੀ। ਲੋਕ ਉਸ ਦੇ ਪਿੱਛੇ ਜਾਣੋਂ ਹਟ ਗਏ ਤੇ ਉਸ ਨੂੰ ਦੇਖ ਕੇ ਖੰਗੂਰੇ ਵੱਜਣੇ ਵੀ ਬੰਦ ਹੋ ਗਏ ਸਨ। ਉਹ ਸ਼ਾਇਦ ਖੁਦ ਵੀ ਇਸ ਗੱਲ ਨੂੰ ਮਹਿਸੂਸ ਕਰਦੀ ਸੀ। ਭਾਵੇਂ ਉਹ ਪੰਜਾਬੀ ਬੋਲਦੀ ਨਹੀਂ ਸੀ, ਪਰ ਸਮਝਦੀ ਉਹ ਸਾਰੀ ਸੀ ਤੇ ਹਰ ਗੱਲ ਦਾ ਜਵਾਬ ਉਹ ਹਿੰਦੀ ਵਿੱਚ ਦਿੰਦੀ। ਹੁਣ ਉਹ ਘਰ ਦੀ ਛੱਤ ਤੇ ਚਲੀ ਜਾਂਦੀ, ਬਾਹਰ ਖੇਤਾਂ ਨੂੰ ਘੁੰਮਣ ਫਿਰਨ ਨਿਕਲ ਜਾਂਦੀ ਤੇ ਰਾਹ ਵਿੱਚ ਬੱਚਿਆਂ ਨਾਲ ਗੱਲਾਂ ਮਾਰਦੀ। ਪਰ ਉਸਦੇ ਘਰ ਕੋਈ ਨਾ ਆਉਂਦਾ ਤੇ ਨਾ ਹੀ ਕੋਈ ਉਸ ਨੂੰ ਬੁਲਾਉਂਦਾ। ਉਹ ਕਿਸੇ ਨਾਲ ਕੀ ਗੱਲ ਕਰਦੀ? ਕਿਸੇ ਨਾਲ ਜਾਣ ਨਾ ਪਛਾਣ, ਨਵਾਂ ਪਿੰਡ, ਨਵੇਂ ਲੋਕ ਤੇ ਨਵਾਂ ਮਾਹੌਲ। ਲక్ష్ਮੀ ਨਾਮ ਸੀ ਉਸ ਦਾ। 2 ਮਹੀਨੇ ਪਹਿਲਾਂ ਮੱਘਰ ਸਿੰਘ ਉਸ ਨੂੰ ਕਲਕੱਤੇ ਤੋਂ ਲੈ ਕੇ ਆਇਆ ਸੀ, ਸਿਰਫ 1200 ਰੁਪਏ ਵਿੱਚ, ਉਹ ਵੀ ਭਾਈਵਾਲੀ 'ਚ 3 ਹੋਰ ਦੋਸਤਾਂ ਨਾਲ ਮਿਲ ਕੇ। ਕਲਕੱਤੇ ਟਰੱਕ 'ਚ ਮਾਲ ਛੱਡਣ ਗਿਆ ਸੀ ਉਹ। ਵਾਪਸੀ ਤੇ ਉਸ ਨੂੰ ਨਾਲ ਬਿਠਾ ਲਿਆਇਆ। ਮੁੜਦਾ ਹੋਇਆ ਉਹ ਲੁਧਿਆਣੇ ਗਿਆ, ਜਿੱਥੇ ਉਸ ਦੇ ਜੁੰਡਲੀਦਾਰ ਰਹਿੰਦੇ ਸਨ, ਪਰ ਕੋਈ ਨਾ ਮਿਲਿਆ। ਹਾਰ ਕੇ ਉਹ ਇਸ ਔਰਤ ਨੂੰ ਆਪਣੇ ਨਾਲ ਹੀ ਪਿੰਡ ਲੈ ਆਇਆ। ਏਦਾਂ ਪਹਿਲਾਂ ਨਹੀਂ ਸੀ ਹੋਈ ਕਦੇ ਕਿ ਕੋਈ ਔਰਤ ਮਹੀਨਾ 2 ਮਹੀਨੇ ਉਸ ਦੇ ਘਰ ਰਹੀ ਹੋਵੇ। ਉਹ ਹਨੇਰੇ ਸਵੇਰੇ ਤੀਵੀਂ ਲਿਆਉਂਦਾ ਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਟਰੱਕ 'ਚ ਬਿਠਾ ਕੇ ਛੱਡ ਆਉਂਦਾ। ਪਰ ਇਸ ਵਾਰ ਇਹ ਔਰਤ ਉਸ ਨੂੰ ਰੱਖਣੀ ਪੈ ਗਈ ਸੀ। ਮੱਘਰ ਸਿੰਘ ਦੇ ਘਰ ਵਿੱਚ ਚਾਹ ਬਣਾਉਣ ਲਈ ਭਾਂਡਾ ਵੀ ਨਹੀਂ ਸੀ ਕੋਈ। ਲక్ష్ਮੀ ਨੇ ਆ ਕੇ 2 ਕੱਪ, 2 ਪਲੇਟਾਂ ਤੇ ਚਾਹ ਬਣਾਉਣ ਲਈ ਪਤੀਲਾ ਖਰੀਦਿਆ ਤੇ ਉਸੇ ਪਤੀਲੇ ਵਿੱਚ ਉਹ ਆਪਣੇ ਲਈ ਦਾਲ ਅਤੇ ਚਾਵਲ ਬਣਾ ਲੈਂਦੀ ਹੁੰਦੀ ਸੀ। ਇੱਕ ਮਿੱਟੀ ਦਾ ਚੁੱਲ੍ਹਾ ਇੱਟਾਂ ਰੱਖ ਕੇ ਉਸਨੇ ਬਣਾ ਲਿਆ। ਕੱਚੀ ਜਿਹੀ ਰਸੋਈ ਨੂੰ ਗੋਹਾ ਤੇ ਮਿੱਟੀ ਪਾ ਕੇ ਲਿਪਿਆ ਤੇ 4 ਗਲਾਸ ਕੱਚ ਦੇ, ਜਿਨ੍ਹਾਂ 'ਚ ਮੱਘਰ ਸਿੰਘ ਤੇ ਉਸਦੇ ਦੋਸਤ ਸ਼ਰਾਬ ਪੀਂਦੇ ਹੁੰਦੇ ਸਨ, ਧੋ ਸਵਾਰ ਕੇ ਉਸਨੇ ਰੱਖ ਦਿੱਤੇ। ਮੱਘਰ ਸਿੰਘ ਦੇ ਪੁਰਾਣੇ ਸੁੱਟੇ ਹੋਏ ਕੱਪੜੇ ਵੇਚ ਕੇ ਉਸਨੇ ਸਟੀਲ ਦੇ 2 ਕੌਲੇ ਖਰੀਦੇ ਤੇ ਉਸ ਦੀਆਂ ਸ਼ਰਾਬ ਦੀਆਂ ਬੋਤਲਾਂ ਦੇ ਕੇ ਉਹ ਪਲਾਸਟਿਕ ਦੇ ਡੱਬੇ ਰਸੋਈ ਵਿੱਚ ਰੱਖਣ ਲਈ ਲੈ ਆਈ। ਹੁਣ ਰਸੋਈ ਲੱਗਦੀ ਸੀ। ਲక్ష్ਮੀ ਕੀ ਕਰਦੀ ਸੀ, ਮੱਘਰ ਸਿੰਘ ਨੂੰ ਕੋਈ ਦਿਲਚਸਪੀ ਨਹੀਂ ਸੀ ਤੇ ਨਾ ਹੀ ਉਸ ਕੋਲ ਟਾਈਮ ਸੀ। ਉਸਨੇ ਘਰ ਕਦੇ ਰੋਟੀ ਨਹੀਂ ਸੀ ਖਾਧੀ, ਬਾਹਰ ਹੀ ਖਾ ਪੀ ਕੇ ਆਉਂਦਾ। ਹਾਂ, ਲక్ష్ਮੀ ਨੂੰ ਉਹ ਜ਼ਰੂਰ ਪੈਸੇ ਦੇ ਦਿੰਦਾ ਤਾਂ ਕਿ ਉਹ ਆਪਣੀ ਮਰਜ਼ੀ ਦਾ ਖਾ ਪੀ ਸਕੇ। ਪਹਿਲੀ ਰਾਤ ਉਹ ਉਸ ਲਈ ਰੋਟੀ ਢਾਬੇ ਤੋਂ ਹੀ ਲੈ ਕੇ ਆਇਆ ਸੀ। ਹਮ ਨਹੀਂ ਖਾਏਂਗੇ। ਲక్ష్ਮੀ ਨੇ ਮੂੰਹ ਦੂਜੇ ਪਾਸੇ ਕਰ ਲਿਆ। ਕਿਉਂ? मग्गर सिंह ने गुस्से च पूछा। हमें ये खाना अच्छा नहीं लगता साहब, हम सिर्फ दाल भात ही खाते हैं। वो बरीक जी आवाज विच बोली। वो क्या होता है? मग्गर सिंह दे समझ ना आई। दाल चावल साहब, वो गर्दन सुट्टी बोली। चल कल नूं दाल चौल खा ली, अज दा दिन आ खा लै। मग्गर सिंह ने उसनूं समझाया। नहीं, हम नहीं खा सकते। ਉਹਨੇ ਨਾ ਵਿੱਚ ਸਿਰ ਹਿਲਾਇਆ। नहीं खानी ਤਾਂ ਖੂਹ में पड़ो। ਉਹਨੇ ਗੁੱਸੇ 'ਚ ਰੋਟੀ ਵਿਹੜੇ 'ਚ ਵਗਾ ਕੇ ਮਾਰੀ। ਇੱਕ ਦਿਨ ਲక్ష్ਮੀ ਨੇ 3 ਦਿਨ ਤੱਕ ਕੁਝ ਨਾ ਖਾਧਾ। ਉਹ ਬਿਮਾਰਾਂ ਵਾਂਗ ਮੰਜੇ ਤੇ ਪੈ ਗਈ। ਹਾਰ ਕੇ ਮੱਘਰ ਸਿੰਘ ਨੇ ਉਸ ਨੂੰ ਦਾਲ ਚੌਲਾਂ ਵਾਸਤੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਤੇ ਉਹ ਆਪਣਾ ਖਾਣਾ ਆਪ ਬਣਾ ਕੇ ਖਾਣ ਲੱਗ ਪਈ। तुम एक दिन मछली लेकर आना साहब, हम बहुत अच्छी बनाते हैं। लक्ष्मी ने एक दिन फरमाइश पाई ते दूजे दिन पता नहीं मग्गर सिंह नूं उस ते तरस आया जां उसने उदां ही याद रह गया ते ओह आउंदा होया शहरों मच्छी ले आया। लक्ष्मी खुश हो गई। उसने मसाले पा के मच्छी भुन्नी तां दूर दूर तक खुशबू फैल गई। शराब पींदे मग्गर सिंह नूं जदों ਉਹਨੇ ਟੁਕੜੇ ਖਾਣ ਲਈ ਦਿੱਤੇ ਤਾਂ ਉਹ ਇੱਕੋ ਸਾਹੀ ਹੀ ਖਾ ਗਿਆ। ਲੱਛੀ, ਹੋਰ ਮੱਛੀ ਹੈਗੀ ਆ? ਉਸਨੇ ਰਸੋਈ 'ਚ ਬੈਠੀ ਲక్ష్ਮੀ ਨੂੰ ਹਾਕ ਮਾਰੀ। ਅਭੀ ਲਾਤੀ ਹੂੰ, ਆਖ ਕੇ ਲక్ష్ਮੀ ਨੇ ਆਪਣੇ ਹਿੱਸੇ ਦੀ ਮੱਛੀ ਇੱਕ ਇੱਕ ਟੁਕੜਾ ਕਰਕੇ ਉਸ ਦੇ ਮੂੰਹ ਵਿੱਚ ਪਾ ਦਿੱਤੀ ਤੇ ਬਾਅਦ ਵਿੱਚ ਆਪਣੀ ਸਾੜੀ ਨਾਲ ਉਸ ਦਾ ਮੂੰਹ ਸਾਫ਼ ਕਰ ਦਿੱਤਾ। ਕਿਤਨੇ ਸੁੰਦਰ ਹੋ ਤੁਮ, ਉਹ ਉਸ ਦੀਆਂ ਅੱਖਾਂ ਵਿੱਚ ਦੇਖਦੀ ਹੋਈ ਬੋਲੀ। ਕਿਉਂ, ਮੇਰੇ ਫੁੱਲ ਲੱਗੇ ਨੇ? ਮੱਘਰ ਸਿੰਘ ਹੱਸਿਆ।
सच बहुत अच्छे लगते हो तुम साहिब जब हंसते हो। ਉਸਨੇ ਆਪਣੀਆਂ ਉਂਗਲਾਂ ਉਸ ਦੇ ਜੂੰਡਿਆਂ ਵਰਗੇ ਵਾਲਾਂ 'ਚ ਫੇਰੀਆਂ। ਆ ਤੂੰ ਜੂੜੇ 'ਚ ਫੁੱਲ ਕਿੱਥੋਂ ਲਿਆ ਕੇ ਲਾਨੀ ਆ ਲੱਛੀ? मग्गर सिंह ने उसके जूड़े च लगे फुल बाहर खिंचे। बाग में से लाती हूँ साहिब। वो शर्माई। बाग तेरे प्यो ने लाया इत्थे? मैं तो कदे पिंड च अक दा फुल नहीं देखिया। मग्गर सिंह ने उसका जूड़ा खोल दिता। तुम्हारे लिए ही लगाती हूँ ना, कहीं से भी ढूंढ कर लाऊं। आह के वो शीशे मोरे जा खड़ी हुई। देखो कितने सुंदर लगते हैं हम। वो मग्गर सिंह वल पिठ करके बोल रही सी। पता नहीं की सोच के लक्ष्मी उत्थे खड़ी खड़ी ही रो पई। रोंदी क्यों है? अज तक किन्नियां कुड़ियां इत्थे आईयां पर कोई रो के नहीं गई, सब हसदियां खेड़दियां गईयां। तैनू की तकलीफ है? मग्गर सिंह खिज गया। और भी कुड़ियां आती हैं? वो हैरान हुई। फिर हमें जहां क्यों लाए हो? वो फिर रो पई। पैसे दे के ले आया, होर तेरा डोला आया इत्थे? मग्गर सिंह ने फुंकारा जिहा छड्डिया। लक्ष्मी चुप हो गई ते नीवी पा के देर तक वो सोचती रही। मग्गर पता नहीं कदों शराब दे नशे च उत्थे बैठा बैठा ही सौ गया। लक्ष्मी नूं याद आया, सच ही तां किहा सी मग्गर सिंह ने कि वो उसनूं पैसे दे के लैके आया सी। सिर्फ 1200 रुपए विच उसदा सौदा होया सी। ये सौदा लक्ष्मी दे सामने ही होया सी ते हुण वो उस नाल रह रही सी कुछ देर लई। फिर वो उसनूं वापस छड्ड आवेगा, कोई होर आवेगा, उसदे पैसे देवेगा ते उसनूं लै जावेगा। इस तरह उसदे सौदे हुंदे रहणगे। सोच सोच के पता नहीं कदों रात लंघ गई ते लक्ष्मी ने अख भी ना झपकी। दिन चढ़िया ते मग्गर सिंह ट्रक लैके बाहर चलिया गया। 11 को बजे किसी ने मग्गर सिंह का नाम लैके आवाज़ मारी। लक्ष्मी अध सुत्ती जी उठ के बाहर आ गई। सामने चिट्टी दाढ़ी वाला कोई बुजुर्ग खड़ा सी। कौन है आप? लक्ष्मी हैरान हो गई। अज पहली बारी कोई इस घर विच आया सी। मग्गर सिंह कित्थे है? बुजुर्ग अगे लंघ आया। वो तो काम पर गए हैं। वो समझ गई कोई मग्गर सिंह दी जान पछाण वाला है। मैं उसदा बापू जी हाँ, निहाल सिंह, मिलण आया उसनूं। बुजुर्ग ने हत्थ च फड़िया झोला वेड़े च पई मंजी ते रख दिता। लक्ष्मी दे अद्धी को गल समझ विच आई पर उसने हाँ विच सिर हिलाया। बुजुर्ग उत्थे वेड़े विच ही मंजे ते बैठ गया। लक्ष्मी उस लई चाह बना लियाई। उसदे नहाउण लई पानी गर्म कर दिता ते धोता होया परना उसनूं पिंडा पूंजण नूं दे दिता। बजुर्ग दुपहरे खा पी के सौ गया ते लक्ष्मी अपने काम धंधियां विच लग गई। रात हुई। मग्गर सिंह घर आया। बापू नूं देख के हैरान रह गया। उसनूं गल ना सुझी कि की कहे। मूँह जा छुपा के वो अंदर लंघ गया। निहाल सिंह बगैर कुछ कहे सुने ही बहुत कुछ समझ गया। जवान पुत्त नूं वो की कहे। दिन चढ़िया। मग्गर मूँह हनेरे ही उठ के काम ते चला गया। बाप दे मत्थे भी ना लग्या। इस तरह 2-3 दिन लंघ गए। बापू घर रहिंदा। लक्ष्मी सारा दिन उसकी सेवा च लगी रहिंदी। उसके कपड़े धोंदी, रोटी बना के खिलाउंदी ते होर निक सुख करदी रहिंदी। जिद्दण दा बापू आया सी, मग्गर सिंह शराब पी के घर नहीं आया सी ते ना ही वो लक्ष्मी नाल बोलिया सी। लक्ष्मी भी डरी डरी जी फिरती सी। भावें उसनूं पंजाबी कल्चर बारे ज़्यादा पता नहीं सी पर फिर भी वो बापू सामने सिर ढक के रखदी, अखां झुका के गल करदी ते मग्गर सिंह नूं ना बुलाउंदी। अजीब जी चुप चारे पासे वरत गई सी। मग्गर सिंह दी चुप ते शर्म दा कारण होर सी। ਇਹ ਉਦੋਂ ਦੀ ਗੱਲ ਹੈ ਜਦੋਂ ਉਹ ਥਾਣੇਦਾਰ ਹੁੰਦਾ ਸੀ। ਆਪਣੇ ਨਾਲ ਕੰਮ ਕਰਦੇ ਇੱਕ ਦੋਸਤ ਕਰਮ ਸਿੰਘ ਨਾਲ ਉਸ ਦੀ ਚੰਗੀ ਯਾਰੀ ਸੀ। ਕਰਮ ਸਿੰਘ ਨੂੰ ਕਿਸੇ ਮੁਕੱਦਮੇ 'ਚ ਪੈਸੇ ਦੀ ਲੋੜ ਸੀ ਤੇ ਮੱਘਰ ਸਿੰਘ ਨੇ ਬਿਨਾਂ ਬਾਪ ਨੂੰ ਪੁੱਛਿਆਂ ਦੱਸਿਆ ਆਪਣੇ ਨਾਂ ਲੱਗੀ ਜ਼ਮੀਨ ਗਹਿਣੇ ਧਰੀ ਤੇ 70,000 ਰੁਪਇਆ ਲੈ ਕੇ ਕਰਮ ਸਿੰਘ ਨੂੰ ਦੇ ਦਿੱਤਾ। ਕਰਮ ਸਿੰਘ ਨੇ ਵੀ ਸ਼ਰਾਬ ਦੇ ਨਸ਼ੇ 'ਚ
ਆਪਣੀ ਭੈਣ ਦਾ ਰਿਸ਼ਤਾ ਥਾਣੇਦਾਰ ਮੱਘਰ ਸਿੰਘ ਨਾਲ ਪੱਕਾ ਕਰ ਦਿੱਤਾ। ਜ਼ਮੀਨ ਗਹਿਣੇ ਧਰਨ ਦੀ ਗੱਲ ਨਿਹਾਲ ਸਿੰਘ ਤੱਕ ਵੀ ਪਹੁੰਚ ਗਈ। ਉਸ ਨੂੰ ਯਕੀਨ ਨਾ ਆਇਆ। ਆ ਮੈਂ ਕੀ ਸੁਣਿਆ ਮੱਘਰਾ? ਬਾਪੂ ਨੇ ਉਸ ਨੂੰ ਕੋਲ ਬਿਠਾ ਕੇ ਪੁੱਛਿਆ। ਕੋਈ ਖਾਸ ਗੱਲ ਨਹੀਂ ਬਾਪੂ ਜੀ, ਸਮਝੌਤਾ ਹੋਇਆ ਮੇਰਾ ਕਰਮੇ ਨਾਲ। ਜਦੋਂ ਉਹਦਾ ਮਕਾਨ ਵਿਕ ਗਿਆ ਉਹ ਮੇਰੇ ਪੈਸੇ ਮੋੜ ਦਊਗਾ, ਫਿਰ ਆਪਾਂ ਜ਼ਮੀਨ ਛਡਾ ਲਾਂਗੇ। ਉਹ ਪੂਰੇ ਵਿਸ਼ਵਾਸ ਨਾਲ ਬੋਲਿਆ। ਸਮਝੌਤੇ ਤੇ ਸੌਦੇ 'ਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਮੱਘਰਾ, ਦੋਵੇਂ ਇੱਕੋ ਚੀਜ਼ ਦੇ ਦੋ ਨਾਂ ਨੇ। ਕਈ ਵਾਰੀ ਬੰਦਾ ਸਮਝੌਤਾ ਕਰਦਾ ਤੇ ਕਈ ਵਾਰੀ ਸੌਦਾ, ਗੱਲ ਉਹੀ ਹੈ। ਮੈਨੂੰ ਨਹੀਂ ਲੱਗਦਾ ਤੂੰ ਇਸ ਸੌਦੇ ਵਿੱਚ ਕੁਝ ਖੱਟੇਂਗਾ। ਬਾਪੂ ਦੁਖੀ ਆਵਾਜ਼ ਵਿੱਚ ਬੋਲਿਆ। ਐਂ ਕਿਉਂ ਸੋਚਦੇ ਹੋ ਬਾਪੂ ਜੀ ਤੁਸੀਂ? ਮੇਰਾ ਦੋਸਤ ਹੈ, ਕੋਈ ਗੈਰ ਥੋੜੀ ਹੈ। ਉਸ ਦੇ ਜਵਾਨ ਖੂਨ ਤੋਂ ਦੋਸਤ ਦੀ ਨਿੰਦਿਆ ਸਹਾਰੀ ਨਾ ਗਈ। ਕਿਹੜਾ ਦੋਸਤ ਤੇ ਕਿਹੜੀ ਦੋਸਤੀ, ਸਭ ਜੇਬ ਕਤਰੇ ਨੇ। ਜਿੰਨੀ ਦੇਰ ਤੇਰੀ ਜੇਬ 'ਚ ਪੈਸੇ ਨੇ ਇਹਨਾਂ ਦੀ ਦੋਸਤੀ ਕਾਇਮ ਹੈ। ਜਿੱਦਣ ਪੈਸੇ ਮੁੱਕ ਗਏ ਦੋਸਤੀ ਵੀ ਮੁੱਕ ਜਾਊਗੀ। ਮੈਂ ਵੀ ਦਾੜੀ ਧੁੱਪੇ ਨਹੀਂ ਚਿੱਟੀ ਕੀਤੀ, ਬੰਦੇ ਹੀ ਪੜੇ ਨੇ ਸਾਰੀ ਉਮਰ। ਬਾਪੂ ਨੂੰ ਵੀ ਗੁੱਸਾ ਆ ਗਿਆ ਸੀ। ਐ ਕਿਵੇਂ ਮੁੱਕ ਜਾਊ? ਕੁੜੀ ਦਾ ਰਿਸ਼ਤਾ ਦਿੱਤਾ ਅਗਲਿਆਂ ਨੇ। ਮੱਘਰ ਸਿੰਘ ਹੁੱਬ ਕੇ ਬੋਲਿਆ। ਕਿਹੜੀ ਕੁੜੀ ਦਾ ਰਿਸ਼ਤਾ? ਨਿਹਾਲ ਸਿੰਘ ਨੂੰ ਸਮਝ ਨਾ ਆਈ। ਆਪਣੀ ਭੈਣ ਲਈ ਰੁਪਈਆ ਫੜਾਇਆ ਕਰਮੇ ਨੇ ਮੇਰੇ ਵਾਸਤੇ। ਮੱਘਰ ਨੇ ਅੱਖਾਂ ਨੀਵੀਆਂ ਪਾ ਲਈਆਂ। ਤੇ ਤੂੰ ਫੜ ਲਿਆ, ਮੈਨੂੰ ਬਗੈਰ ਪੁੱਛੇ ਦੱਸੇ? ਨਿਹਾਲ ਸਿੰਘ ਗੁੱਸੇ ਨਾਲ ਕੰਬ ਰਿਹਾ ਸੀ। ਉਹ ਤਾਂ ਮੈਂ ਤੁਹਾਨੂੰ ਦੱਸਣਾ ਸੀ ਬਾਪੂ ਜੀ। ਮੱਘਰ ਸਿੰਘ ਨੂੰ ਸਮਝ ਨਾ ਆਈ ਕਿ ਗੱਲ ਕਿਵੇਂ ਸੰਭਾਲੇ। ਹੁਣ ਤੂੰ ਕੀ ਦੱਸੇਂਗਾ ਜਾਣਦਿਆਂ ਦਾ ਸਿਰ? ਮੇਰੀ ਬੱਗੀ ਦਾੜੀ 'ਚ ਸੁਆਹ ਪਾਤੀ ਤੂੰ ਮੱਘਰਾ। 20 ਸਾਲ ਹੋ ਗਏ ਤੇਰੀ ਮਾਂ ਮਰੀ ਨੂੰ, ਪਰ ਮੈਂ ਤੈਨੂੰ ਕਦੇ ਪਤਾ ਨਾ ਲੱਗਣ ਦਿੱਤਾ। ਪਰ ਅੱਜ ਤੂੰ ਮੈਨੂੰ ਦੱਸਤਾ ਵੀ ਤੇਰੀ ਮਾਂ ਮਰੀ ਹੋਈ ਹੈ। ਨਿਹਾਲ ਸਿੰਘ ਦਾ ਗਲਾ ਭਰ ਆਇਆ। ਨਹੀਂ ਬਾਪੂ ਜੀ, ਬਸ ਜ਼ਿਆਦਾ ਗੱਲ ਨਾ ਕਰ ਮੇਰੇ ਨਾਲ, ਦੇਖੂੰ ਜਦੋਂ ਰਿਸ਼ਤਾ ਪੂਰ ਚੜ ਜੂ। ਆਖ ਕੇ ਨਿਹਾਲ ਸਿੰਘ ਉੱਥੋਂ ਉੱਠ ਖੜਾ ਹੋਇਆ। ਉਹੀ ਹੋਈ ਜੋ ਨਿਹਾਲ ਸਿੰਘ ਨੇ ਕਹੀ ਸੀ। ਜਦੋਂ ਮੱਘਰ ਸਿੰਘ ਤੇ ਰਿਸ਼ਵਤ ਦਾ ਕੇਸ ਬਣਿਆ ਤਾਂ ਕਰਮੇ ਦੀ ਦੋਸਤੀ ਦਾ ਸੱਚ ਵੀ ਨੰਗਾ ਹੋ ਗਿਆ। ਮੱਘਰ ਸਿੰਘ ਆਪਣੇ ਘਰ ਬੈਠਾ ਸਕੀਮਾਂ ਲੜਾ ਰਿਹਾ ਸੀ ਕਿ ਜਾ ਕੇ ਕਰਮੇ ਨੂੰ ਮਿਲੇ ਤੇ ਆਪਣੇ ਪੈਸੇ ਵਾਪਸ ਲੈ ਕੇ ਮੁਕੱਦਮਾ ਲੜੇ। ਪਰ ਉਸ ਦੇ ਜਾਣ ਤੋਂ ਪਹਿਲਾਂ ਹੀ ਕਰਮਾ ਖੁਦ ਉਸ ਕੋਲ ਆ ਗਿਆ। ਆ ਵੀ ਕਰਮਿਆ, ਮੈਂ ਤੈਨੂੰ ਯਾਦ ਕਰ ਰਿਹਾ ਸੀ। ਮੱਘਰ ਸਿੰਘ ਨੇ ਹੌਸਲੇ ਨਾਲ ਕਿਹਾ। ਹਾਂ ਬਈ, ਕਿਵੇਂ ਤਕੜਾ ਹੈ? ਕਰਮੇ ਨੇ ਢਿੱਲੀ ਜਿਹੀ ਆਵਾਜ਼ 'ਚ ਕਿਹਾ। ਤਕੜਾ ਟੁਕੜਾ ਤਾਂ ਕਾਹਦਾ, ਤੈਨੂੰ ਪਤਾ ਹੀ ਹੈ ਕੇਸ ਬਣ ਗਿਆ ਮੇਰੇ ਤੇ। ਪੈਸੇ ਚਾਹੀਦੇ ਸੀ, ਹੁਣ ਸੋਚਦਾ ਸੀ ਤੇਰੇ ਨਾਲ ਗੱਲ ਕਰਾਂ। ਮੱਘਰ ਨੇ ਮੁੱਕ ਦੀ ਗੱਲ ਕੀਤੀ। ਉਹ ਪੈਸੇ ਤਾਂ ਹਾਲੇ ਤਾਂ ਕੋਈ ਪ੍ਰਬੰਧ ਨਹੀਂ ਹੋ ਸਕਦਾ। ਘਰ ਪਹਿਲਾਂ ਹੀ ਗਹਿਣੇ ਧਰਿਆ ਹੋਇਆ ਹੈ, ਪਤਾ ਨਹੀਂ ਕਦੋਂ ਵਿਕੂ। ਕਰਮੇ ਨੇ ਗੋਲ ਜਿਹੀ ਗੱਲ ਕੀਤੀ। ਪਰ ਮੈਨੂੰ ਤਾਂ ਹੁਣ ਪੈਸਿਆਂ ਦੀ ਲੋੜ ਹੈ ਕਰਮਿਆ, ਮੈਂ ਵੀ ਕਿਸੇ ਵੇਲੇ ਤੇਰਾ ਕੰਮ ਸਾਰਿਆ ਸੀ। ਉਹ ਘਬਰਾ ਗਿਆ। ਠੀਕ ਹੈ, ਪਰ ਜਦੋਂ ਹੁਣ ਹੈ ਹੀ ਨਹੀਂ ਤਾਂ ਮੈਂ ਕਿੱਥੋਂ ਹਰੇ ਕਰਦਾ? ਕਰਮੇ ਨੇ ਬੇਬਸੀ ਜਿਹੀ ਜਤਾਈ। ਮੈਂ ਹੁਣ ਤੈਨੂੰ ਕੀ ਕਹਾਂ ਕਰਮਿਆ, ਰਿਸ਼ਤੇਦਾਰੀ ਦਾ ਕੰਮ ਹੈ। ਮੱਘਰ ਸਿੰਘ ਨੇ ਮੱਥੇ ਤੇ ਹੱਥ ਫੇਰਿਆ। ਕਰਮਾ 2 ਕੁ ਪਲ ਲਈ ਚੁੱਪ ਰਿਹਾ। ਮੈਂ ਵੀ ਤੇਰੇ ਨਾਲ ਰਿਸ਼ਤੇਦਾਰੀ ਦੀ ਹੀ ਗੱਲ ਕਰਨ ਆਇਆ ਸੀ ਯਾਰ। ਕਰਮੇ ਨੇ ਡੂੰਘਾ ਸਾਹ ਲਿਆ। ਕੀ ਗੱਲ? ਮੱਘਰ ਦਾ ਮੱਥਾ ਠਣਕਿਆ। ਉਹ ਯਾਰ, ਸਾਡੀ ਕੁੜੀ ਨਹੀਂ ਮੰਨਦੀ ਵਿਆਹ ਨੂੰ। ਕਰਮੇ ਨੇ ਗੱਲ ਵਿਚਾਲੇ ਛੱਡ ਦਿੱਤੀ। ਕਿਉਂ, ਕੁੜੀ ਨੂੰ ਸੱਪ ਸੌਂ ਗਿਆ? ਮੱਘਰ ਦੇ ਜਿਵੇਂ ਕਿਸੇ ਨੇ ਸਿਰ 'ਚ ਇੱਟ ਮਾਰੀ ਸੀ। ਕਾਹਨੂੰ, ਪੜ੍ਹਿਆ ਲਿਖਿਆ ਜ਼ਮਾਨਾ ਹੈ ਭਾਈ, ਕੋਈ ਭੇਡ ਬੱਕਰੀ ਥੋੜੀ ਹੈ ਭਈ ਰੱਸਾ ਤੇਰੇ ਹੱਥ ਫੜਾ ਦਾਂਗੇ। ਕਰਮੇ ਨੇ ਬੇਰੁਖੀ ਨਾਲ ਕਿਹਾ। ਜਦੋਂ ਉਸਨੂੰ ਪੁੱਛੇ ਬਗੈਰ ਮੰਗਣਾ ਕੀਤਾ ਸੀ ਉਦੋਂ ਉਹ ਭੇਡ ਬੱਕਰੀ ਸੀ। ਮੱਘਰ ਸਿੰਘ ਦੇ ਗੁੱਸੇ ਨਾਲ ਹੱਥ ਪੈਰ ਕੰਬ ਰਹੇ ਸਨ। ਉਹ ਤਾਂ ਮਜ਼ਾਕ ਦੀ ਗੱਲ ਸੀ ਮਗਰਾ। ਕਰਮਾ ਹੱਸਿਆ। ਮਜ਼ਾਕ? ਇਹੋ ਜਿਹਾ ਮਜ਼ਾਕ ਕਰਦੇ ਹੋ ਤੁਸੀਂ ਲੋਕਾਂ ਨਾਲ? ਮੱਘਰ ਨੂੰ ਆਪਣੇ ਕੰਨਾਂ ਤੇ ਯਕੀਨ ਨਾ ਆਇਆ। ਉਦੋਂ ਗੱਲ ਹੋਰ ਸੀ ਮਗਰਾ, ਉਦੋਂ ਤੂੰ ਥਾਣੇਦਾਰ ਸੀ ਤੇ ਹੁਣ ਤਾਂ ਰਿਸ਼ਤਾ ਥਾਣੇਦਾਰੀ ਨੂੰ ਸੀ, ਮੱਘਰ ਸਿੰਘ ਨੂੰ ਨਹੀਂ। ਮੱਘਰ ਸਿੰਘ ਨੇ ਖੂਨ ਦੇ ਘੁੱਟ ਭਰੇ। ਰਿਸ਼ਤਿਆਂ ਦੀ ਗੱਲ ਛੱਡ ਮਗਰਾ, ਆਪਣੀ ਦੋਸਤੀ ਪੱਕੀ ਹੈ। ਕਰਮਾ ਉਸ ਨੂੰ ਠੰਡਾ ਕਰਨਾ ਚਾਹੁੰਦਾ ਸੀ। ਦੋਸਤੀ ਦਾ ਮਤਲਬ ਲੋਕਾਂ ਦੀਆਂ ਜੇਬਾਂ ਕੱਟਣਾ ਨਹੀਂ ਹੁੰਦਾ ਕਰਮਿਆ।
ਦੋਸਤੀ ਦੇ ਕਾਬਲ ਨਹੀਂ ਹੈ ਤੂੰ। ਲਾਹਨਤ ਹੈ ਇਹੋ ਜੀ ਦੋਸਤੀ ਤੇ। ਮੱਘਰ ਸਿੰਘ ਨੇ ਇੱਕ ਇੱਕ ਲਫ਼ਜ਼ ਤੇ ਜ਼ੋਰ ਦੇ ਕੇ ਕਿਹਾ। ਮਖਾ ਮੇਰੀ ਗੱਲ ਤਾਂ ਸੁਣ। ਕਹਿਣ ਸੁਣ ਨੂੰ ਕੁਛ ਨਹੀਂ ਰਹਿ ਗਿਆ ਕਰਮਿਆ। ਜਿੰਨਾ ਤੂੰ ਮੈਨੂੰ ਚੋਣਾ ਸੀ ਚੋ ਲਿਆ। ਇੱਥੋਂ ਦਫਾ ਹੋ ਜਾ, ਮੇਰੇ ਹੱਥੋਂ ਕੋਈ ਬੁਰੀ ਨਾ ਹੋ ਜਾਏ। ਮੱਘਰ ਉੱਠ ਕੇ ਖੜਾ ਹੋ ਗਿਆ। ਮੈਂ ਤੇਰਾ ਦੋਸਤ ਹਾਂ ਯਾਰ, ਕੁਛ ਤਾਂ ਸੋਚ। ਕਰਮਾ ਟੁੱਟੀਆਂ ਗੰਢ ਰਿਹਾ ਸੀ। ਇਸ ਦੋਸਤੀ ਨਾਲੋਂ ਤਾਂ ਦੁਸ਼ਮਣ ਚੰਗਾ ਜਿਹਦਾ ਤੁਹਾਨੂੰ ਪਤਾ ਤਾਂ ਹੁੰਦਾ। ਆਖ ਕੇ ਮੱਘਰ ਸਿੰਘ ਕਰਮੇ ਨੂੰ ਉੱਥੇ ਹੀ ਬੈਠਾ ਛੱਡ ਕੇ ਚਲਾ ਗਿਆ। ਉਸ ਦਿਨ ਤੋਂ ਬਾਅਦ ਮੱਘਰ ਸਿੰਘ ਮੁੜ ਕੇ ਕਦੇ ਕਰਮੇ ਨੂੰ ਨਾ ਮਿਲਿਆ, ਨਾ ਪੈਸੇ ਮੰਗੇ ਤੇ ਨਾ ਦੋਸਤੀ ਜਾਂ ਰਿਸ਼ਤੇ ਦੀ ਹੀ ਗੱਲ ਕੀਤੀ। ਮਰੇ ਹੋਏ ਰਿਸ਼ਤੇ ਤੇ ਮਰੇ ਹੋਏ ਪੈਸਿਆਂ ਤੇ ਹਮੇਸ਼ਾ ਲਈ ਮਿੱਟੀ ਪਾ ਦਿੱਤੀ ਉਸਨੇ। ਕਹਿੰਦੇ ਨੇ ਵਿਆਹ ਟੁੱਟੇ ਤਾਂ ਟੁੱਟ ਜਾਵੇ ਕਿਸੇ ਦਾ, ਪਰ ਮੰਗ ਨਾ ਟੁੱਟੇ। ਜਿਵੇਂ ਬੰਦਾ ਅੱਧ ਵਿਚਾਲਿਓਂ ਟੁੱਟ ਜਾਂਦਾ ਹੈ ਤੇ ਇਹ ਜ਼ਖਮ ਮੁੜ ਕੇ ਸਾਰੀ ਉਮਰ ਨਹੀਂ ਭਰਦੇ। ਨੌਕਰੀ ਤਾਂ ਗਈ ਹੀ ਸੀ, ਪਰ ਰਿਸ਼ਤਾ ਟੁੱਟਣ ਦਾ ਦੁੱਖ ਮੱਘਰ ਸਿੰਘ ਤੋਂ ਝੱਲਿਆ ਨਾ ਗਿਆ। ਘਰ-ਬਾਰ ਛੱਡ ਕੇ ਬਿਨਾਂ ਕਿਸੇ ਨੂੰ ਦੱਸੇ ਪੁੱਛੇ ਉਹ ਲੁਧਿਆਣੇ ਆ ਗਿਆ। ਜਿਸ ਨੌਕਰੀ ਵਾਸਤੇ ਉਹ ਮੁਕੱਦਮੇ ਲੜਨ ਦੀ ਸੋਚ ਰਿਹਾ ਸੀ, ਉਸ ਨੌਕਰੀ ਦਾ ਖਿਆਲ ਹੀ ਛੱਡ ਦਿੱਤਾ ਉਸਨੇ। ਜਿਸ ਸੇਠ ਕੋਲ ਜ਼ਮੀਨ ਗਹਿਣੇ ਰੱਖੀ ਸੀ, ਉਸ ਕੋਲ ਹਿਸਾਬ ਕਿਤਾਬ ਕਰਨ ਗਿਆ। ਸੇਠ ਨੇ ਪੈਸਾ ਧੇਲਾ ਤਾਂ ਨਾ ਦਿੱਤਾ, ਪਰ ਮੱਘਰ ਸਿੰਘ ਨੂੰ ਟਰੱਕ ਡਰਾਈਵਰੀ ਦੀ ਨੌਕਰੀ ਦੇ ਦਿੱਤੀ। ਹੁਣ ਉਹ ਸੇਠ ਦਾ ਮਾਲ ਲੈ ਕੇ ਮਹੀਨੇ 'ਚ 2 ਵਾਰੀ ਕਲਕੱਤੇ ਜਾਂਦਾ। ਟਰੱਕ ਡਰਾਈਵਰਾਂ ਨਾਲ ਦੋਸਤੀ ਪੈ ਗਈ ਉਸਦੀ। ਸ਼ਰਾਬ ਪਹਿਲਾਂ ਵੀ ਪੀਂਦਾ ਸੀ, ਹੁਣ ਹਰ ਵੇਲੇ ਡੱਕਿਆ ਰਹਿੰਦਾ। ਉਸ ਦੇ ਦੋਸਤ ਹਾਲੇ ਵੀ ਉਸ ਨੂੰ ਥਾਣੇਦਾਰ ਕਹਿ ਕੇ ਹੀ ਸੱਦਦੇ। ਆਪਣੇ ਟਰੱਕ ਦੀ ਡਰਾਈਵਿੰਗ ਸੀਟ ਪਿੱਛੇ ਉਸਨੇ ਥਾਣੇਦਾਰ ਲਿਖਵਾ ਲਿਆ ਸੀ। ਦੁਨੀਆ ਸਾਹਮਣੇ ਭਾਵੇਂ ਮੱਘਰ ਸਿੰਘ ਬਦਮਾਸ਼ ਸੀ, ਪਰ ਬਾਪ ਸਾਹਮਣੇ ਉਹ ਅੱਖ ਨਹੀਂ ਚੁੱਕਦਾ ਸੀ। ਤੇ ਹੁਣ ਜਦੋਂ ਬਾਪੂ ਅਚਾਨਕ ਹੀ ਆ ਗਿਆ ਤਾਂ ਮੱਘਰ ਸਿੰਘ ਉਸ ਤੋਂ ਕੰਨੀ ਕਤਰਾਉਂਦਾ ਫਿਰਦਾ ਸੀ। ਇੱਕ ਦਿਨ ਬਾਪੂ ਅੱਧੀ ਰਾਤ ਤੱਕ ਮੱਘਰ ਸਿੰਘ ਦੀ ਉਡੀਕ ਕਰਦਾ ਰਿਹਾ। ਉਹ ਟਰੱਕ ਲੈ ਕੇ ਆਇਆ ਤਾਂ ਨਿਹਾਲ ਸਿੰਘ ਨੇ ਉਸ ਨੂੰ ਦਰਵਾਜ਼ੇ ਵਿੱਚ ਹੀ ਘੇਰ ਲਿਆ। ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਮੱਘਰਾ, ਬਾਪੂ ਨੇ ਸਖਤ ਆਵਾਜ਼ ਵਿੱਚ ਕਿਹਾ। ਚੰਗਾ ਬਾਪੂ ਜੀ। ਮੱਘਰ ਸਿੰਘ ਸਿਰ ਸੁੱਟ ਕੇ ਪਿਓ ਦੇ ਮਗਰ ਹੀ ਤੁਰ ਪਿਆ। ਆਹ ਕੁੜੀ ਲੱਛੀ ਮੈਨੂੰ ਤਾਂ ਚੰਗੀ ਲੱਗੀ। ਫੇਰ ਉਹ ਪੁੱਤ ਦੇ ਚਿਹਰੇ ਵੱਲ 2 ਪਲ ਦੇਖਦਾ ਰਿਹਾ। ਤੂੰ ਵਿਆਹ ਕਰਵਾ ਲਿਆ ਇਹਦੇ ਨਾਲ ਕਚਹਿਰੀ 'ਚ ਜਾਂ ਹਾਲੇ ਮੰਗਣਾ ਹੀ ਹੋਇਆ? ਬਾਪੂ ਨੇ ਉਹਦੇ ਦੋਹਰੀ ਸੱਟ ਮਾਰੀ। ਇਹ ਤਾਂ ਐਵੇਂ ਆ ਗਈ ਬਾਪੂ ਜੀ, ਗਰੀਬ ਘਰ ਦੀ ਹੈ, ਮਾਂ-ਬਾਪ ਹੈ ਨਹੀਂ ਇਸ ਦੇ। ਮੈਂ ਸੋਚਿਆ ਲੁਧਿਆਣੇ ਕਿਸੇ ਹੌਜ਼ਰੀ 'ਚ ਲਵਾ ਦੂੰਗਾ ਇਸ ਨੂੰ। ਮੱਘਰ ਸਿੰਘ ਨੇ ਸਿੱਧਾ ਝੂਠ ਬੋਲਿਆ। ਮੈਨੂੰ ਪਤਾ ਤੂੰ ਥਾਣੇਦਾਰ ਰਿਹਾ, ਪਰ ਪਿਓ ਨਾਲ ਚਤਰਾਈਆਂ ਨਾ ਕਰ। ਨਿਹਾਲ ਸਿੰਘ ਨੂੰ ਵਿਉਹ ਜਿਹਾ ਚੜਿਆ। ਨਾ ਬਾਪੂ ਜੀ, ਉਹ ਡਰ ਗਿਆ। ਮਗਰਾ ਕਈ ਬੰਦੇ ਚਤਰਾਈਆਂ ਨੂੰ ਹੀ ਕਾਮਯਾਬੀਆਂ ਸਮਝਦੇ ਨੇ। ਉੱਥੇ ਜੇ ਚਲਾਕੀ ਕਰ ਲਈ, ਇੱਥੇ ਜੇ ਕਿਸੇ ਨੂੰ ਬੁੱਧੂ ਬਣਾ ਲਿਆ, ਕਿਸੇ ਦਾ ਮਾਰ ਲਿਆ ਤੇ ਕਿਸੇ ਦਾ ਦੱਬ ਲਿਆ। ਪਰ ਜ਼ਿੰਦਗੀ ਚੋਰੀਆਂ ਜਾਰੀਆਂ ਦੇ ਆਸਰੇ ਨਹੀਂ ਨਿਕਲਦੀ ਹੁੰਦੀ, ਸੱਤ ਦੇ ਬਲ ਨਾਲ ਨਿਕਲਦੀ ਹੈ। ਬਾਪੂ ਨੇ ਕਿਹਾ, ਮੈਂ ਤੈਨੂੰ ਪਹਿਲਾਂ ਵੀ ਸਮਝਾਇਆ ਸੀ, ਪਰ ਤੂੰ ਮੇਰੀ ਮੰਨੀ ਨਹੀਂ। ਆਖੇ ਗਈ ਸੀ ਗੁਲੂਬੰਦ ਪਾ ਕੇ, ਲੁੱਟ ਲਈ ਮਿੱਤਰਾਂ ਨੇ। ਨਿਹਾਲ ਸਿੰਘ ਨੇ ਉਸ ਦਾ ਇਤਿਹਾਸ ਉਸ ਨੂੰ ਯਾਦ ਕਰਵਾਇਆ। ਮੈਨੂੰ ਤਾਂ ਲੱਛੀ ਬਹੁਤ ਚੰਗੀ ਲੱਗੀ। ਗਰੀਬ ਘਰ ਦੀ ਹੈ, ਅਨਾਥ ਹੈ, ਮੇਰੀ ਬੜੀ ਸੇਵਾ ਕਰਦੀ ਹੈ। ਮੈਂ ਤਾਂ ਅਗਲੀ ਸੰਗਰਾਂਦ ਨੂੰ ਆਨੰਦ ਕਾਰਜ ਕਰਵਾ ਦੂੰ ਤੇਰੇ ਇਹਦੇ ਨਾਲ, ਬਾਪੂ ਨੇ ਕਿਹਾ। ਤੇ ਮੱਘਰ ਸਿੰਘ ਨੂੰ ਧਰਤੀ ਘੁੰਮਦੀ ਜਾਪੀ। ਇਹ ਕੀ ਹੋ ਗਿਆ? ਇੱਥੋਂ ਤੱਕ ਤਾਂ ਉਸਨੇ ਸੋਚਿਆ ਹੀ ਨਹੀਂ ਸੀ। ਸਾਰੀ ਰਾਤ ਉਸ ਨੂੰ ਨੀਂਦ ਨਾ ਆਈ। ਬਾਪੂ ਨੂੰ ਕਿਵੇਂ ਸਮਝਾਵੇ, ਕੀ ਦੱਸੇ ਵੀ ਲੱਛੀ ਕੌਣ ਹੈ ਤੇ ਕਿੱਥੋਂ ਆਈ ਹੈ, ਕਿਸ ਕੰਮ ਲਈ ਆਈ ਹੈ। ਮੱਘਰ ਸਿੰਘ ਮੰਜੇ ਤੇ ਪਿਆ ਬਿਉਂਤਾਂ ਲੜਾਉਂਦਾ ਰਿਹਾ। ਕਿਸੇ ਤਰੀਕੇ ਨਾਲ ਇਸ ਨੂੰ ਵਾਪਸ ਛੱਡ ਆਵਾਂ ਤੇ ਬਾਪੂ ਤੋਂ ਖਹਿੜਾ ਛੁੱਟੇ। ਸੋਚਦੇ ਨੂੰ ਉਸ ਨੂੰ ਦਿਨ ਚੜ ਗਿਆ। ਦੂਜੇ ਦਿਨ ਉਹ ਟਰੱਕ ਲੈ ਕੇ ਬਾਹਰ ਜਾਣ ਹੀ ਲੱਗਿਆ ਸੀ ਕਿ ਨਿਹਾਲ ਸਿੰਘ ਨੇ ਪਿੱਛੋਂ ਆਵਾਜ਼ ਮਾਰੀ। ਕੀ ਗੱਲ ਹੈ ਬਾਪੂ ਜੀ? ਉਹ ਚੋਰਾਂ ਵਾਂਗ ਮੁੜਿਆ। ਮੈਂ ਤਾਂ ਅੱਜ ਵਾਪਸ ਜਾਣਾ ਸੀ। ਰਾਤ ਤੇਰੇ ਨਾਲ ਗੱਲ ਹੋਈ ਗਈ ਸੀ। 10-15 ਦਿਨਾਂ ਬਾਅਦ ਗੇੜਾ ਮਾਰੂੰਗਾ ਮੈਂ, ਫਿਰ ਤੇਰੇ ਵਿਆਹ ਦਾ ਕੁਝ ਸੋਚਾਂਗੇ। ਨਿਹਾਲ ਸਿੰਘ ਨੇ ਹੁਕਮ ਜਿਹਾ ਦਿੱਤਾ। ਮੱਘਰ ਸਿੰਘ ਚੁੱਪ ਰਿਹਾ।
ਨਾਲੇ ਬਾਕੀ ਬਚਦੀ ਜ਼ਮੀਨ ਮੈਂ ਵਿਆਹ ਤੋਂ ਬਾਅਦ ਲੱਛੀ ਦੇ ਨਾਂ ਲਵਾ ਦੇਣੀ ਆ। ਬਹੁਤ ਸਾਊ ਕੁੜੀ ਹੈ। ਮੇਰੀ ਜ਼ਿੰਦਗੀ ਦਾ ਹੁਣ ਕੋਈ ਭਰੋਸਾ ਨਹੀਂ। ਤੇਰੇ ਨਾਲ ਲਵਾਈ ਤਾਂ ਫੇਰ ਵੇਚ ਵੱਟ ਕੇ ਦੋਸਤਾਂ ਤੇ ਰੋੜ ਦੇਂਗਾ। ਆਖ ਕੇ ਨਿਹਾਲ ਸਿੰਘ ਜਪਜੀ ਸਾਹਿਬ ਲੈ ਕੇ ਪਾਠ ਕਰਨ ਬੈਠ ਗਿਆ। ਮੱਘਰ ਸਿੰਘ ਨੂੰ 12 ਮਸਾਂ ਵੱਜੇ। ਅੱਜ ਪਹਿਲੀ ਵਾਰੀ ਉਹ ਸਿਖਰ ਦੁਪਹਿਰੇ ਘਰ ਵਾਪਸ ਮੁੜਿਆ। ਲక్ష్ਮੀ ਨੇ ਦੇਖਿਆ ਤਾਂ ਉਹ ਹੈਰਾਨ ਰਹਿ ਗਈ। ਕਿਆ ਬਾਤ ਹੈ? ਉਸਨੇ ਘਬਰਾ ਕੇ ਪੁੱਛਿਆ। ਤੂੰ ਫਟਾਫਟ ਤਿਆਰ ਹੋ ਜਾ ਲੱਛੀਏ, ਆਪਾਂ ਅੱਜ ਹੀ ਲੁਧਿਆਣੇ ਜਾਣਾ। ਉਹ ਬਹੁਤ ਕਾਹਲੀ ਵਿੱਚ ਸੀ। ਕਿਉਂ, ਕਿਆ ਹੋ ਗਿਆ? ਲక్ష్ਮੀ ਦੇ ਕੱਖ ਨਾ ਪੱਲੇ ਪਿਆ। ਜ਼ਿਆਦਾ ਸਵਾਲ ਜਵਾਬ ਨਾ ਕਰ ਮੇਰੇ ਨਾਲ। ਆਪਣੀ ਸੰਦੂਕੜੀ ਜੀ ਚੱਕ ਜਿਹੜੀ ਆਂਦੀ ਹੋਈ ਨਾਲ ਲੈ ਕੇ ਆਈ ਸੀ। ਮੱਘਰ ਸਿੰਘ ਸ਼ੇਰ ਵਾਂਗ ਗੱਜਿਆ। ਪਰ ਕਹਾਂ ਜਾਏਂਗੇ? ਲక్ష్ਮੀ ਕਿਸੇ ਅਣਜਾਣੇ ਡਰ ਨਾਲ ਕੰਬ ਗਈ ਸੀ। ਮੈਂ ਤੈਨੂੰ ਆਪਣੇ ਦੋਸਤ ਕੋਲ ਛੱਡ ਕੇ ਆਊਂਗਾ, ਉਹ ਆਪੇ ਤੈਨੂੰ ਕਲਕੱਤੇ ਪਹੁੰਚਾ ਦਊਗਾ। ਮੱਘਰ ਸਿੰਘ ਨੇ ਸ਼ਰਾਬ ਦੀ ਬੋਤਲ ਨੇਫੇ ਚੋਂ ਕੱਢ ਕੇ ਮੂੰਹ ਨੂੰ ਲਾਈ। ਪਰ ਬਾਪੂ ਜੀ कहते थे अब हम यहीं रहेंगे। ਲక్ష్ਮੀ ਰੋਣ ਹਾਕੀ ਹੋ ਗਈ। ਤੂੰ ਕੀ ਜਾਦੂ ਕੀਤਾ ਬੰਗਾਲਣੇ ਬੁੜੇ ਤੇ? ਮੈਨੂੰ ਪਤਾ ਤੁਸੀਂ ਕਾਲਾ ਜਾਦੂ ਜਾਣਦੀਆਂ ਹੁੰਨੀਆਂ। ਬੰਦੇ ਨੂੰ ਮੱਖੀ ਬਣਾ ਕੇ ਮੰਜੇ ਨਾਲ ਚਪਕਾ ਦੇਨੀ ਹੋ। ਕੀ ਘੋਲ ਕੇ ਪੜਾਇਆ ਤੂੰ ਮੇਰੇ ਪਿਓ ਨੂੰ, ਜਿਹੜਾ ਉਹ ਜ਼ਮੀਨ ਤੇਰੇ ਨਾਲ ਲਵਾਉਣ ਨੂੰ ਤਿਆਰ ਹੋਇਆ ਫਿਰਦਾ? ਉਸਨੇ ਲక్ష్ਮੀ ਦੇ ਬਾਲ ਫੜ ਕੇ ਜ਼ੋਰ ਨਾਲ ਖਿੱਚੇ। ਉਹ ਡਰ ਨਾਲ ਕੰਬ ਗਈ। अब हम कहाँ जाएंगे सरदार जी, अपना घर छोड़ के? उसने मग्गर सिंह दे पैर फड़े। अपना घर? तेरे बाप दा घर है ये? मग्गर सिंह ने झटके नाल पैर छुड़ाए। औरत एक बार जिस घर में चली जाती है उसे हमेशा ही अपना घर समझती है। वो रोंदी हुई उस नाल चंबड़ गई। कोई घर घूर नहीं है तेरा, मुੱਲ ਦੀ ਤੀਵੀਂ है तू। ਐਵੇਂ ਕਿਸੇ ਗਲਤ ਫਹਿਮੀ 'ਚ ਨਾ ਪੈ ਜਾਈਂ ਕਿਤੇ। ਪੈਸੇ ਦੇ ਕੇ ਲਿਆਂਦਾ ਸੀ ਤੈਨੂੰ ਮੈਂ। ਹੁਣ ਤੇਰਾ ਟਾਈਮ ਪੂਰਾ ਹੋ ਗਿਆ ਤਾਂ ਤੈਨੂੰ ਵਾਪਸ ਭੇਜ ਰਿਹਾ। ਨਾਲੇ ਸਰਦਾਰ ਜੀ ਕਰਦੀ ਰਹਿਨੀ ਏ। ਖਸਮਾ ਮੈਂ ਤੇਰਾ। ਥਾਣੇਦਾਰ ਸਾਹਿਬ ਕਿਹਾ ਕਰ। ਮੱਘਰ ਸਿੰਘ ਨੇ ਇੱਕ ਲਫ਼ਜ਼ ਦੰਦਾਂ 'ਚ ਚੁਬਾ ਕੇ ਕਿਹਾ। ਲక్ష్ਮੀ ਸੁੰਨ ਹੋ ਗਈ। ਅੱਖਾਂ ਪਥਰਾ ਗਈਆਂ ਉਸ ਦੀਆਂ। ਕਿਸੇ ਬੇਜਾਨ ਮੂਰਤ ਵਾਂਗ ਉਹ ਜ਼ਮੀਨ ਤੇ ਬੈਠ ਗਈ। ਮੇਰੀ ਗੱਲ ਸਮਝ ਆ ਗਈ ਕਿ ਨਹੀਂ ਤੇਰੇ? ਮੱਘਰ ਸਿੰਘ ਨੇ उसके बाल फिर फड़ के खींचे। इतने जवान मर्द हो, एक औरत को पनाह नहीं दे सकते? उसने मग्गर सिंह दियां अखां च अखां पाईयां। केड़ी पनाह? मैं कोई इत्थे आश्रम खोलिया होया? नदी और नारी एक जैसी होती है, जब किसी में समा जाती है तो अलग नहीं होती। मैं नदी हूँ, तुम मेरे समुंदर हो, मेरा अंत हो तुम। लक्ष्मी ने आखिरी तीर छड्डिया। मेरे गल पैण दी कोशिश ना कर। आम औरत नहीं तू जिसनू घर विच बसाया जा सके। मग्गर सिंह ने उसका कन्न पुट्टिया। हर औरत आम होती है पर हालात उसे खास बना देते हैं। लक्ष्मी ने डूंगा हौका लिया। फिर हुई बकवास। मग्गर सिंह ने पूरे जोर नाल थप्पड़ उसके मुंह ते मारिया। जे तेरा मुंह भी खुलिया हुण तां ट्रक थले दे के मार दूं। लक्ष्मी दा सिर कोल पए मंजे दे पावे नाल ਵੱਜਿਆ ते ਉਹ ਉੱਥੇ ਹੀ बेहोश हो के ਢੇਰੀ ਜਿਹੀ ਹੋ ਗਈ। मग्गर सिंह ने जोर नाल फेर ਉਹਦੇ ਵਾਲ ਫੜ ਕੇ ਖਿੱਚੇ। लक्ष्मी ने दर्द नाल सी वट्टी ते ਅੱਖਾਂ ਅੱਧੀਆਂ ਕੋ ਖੋਲੀਆਂ। मैं ਗੱਡੀ ਸਰਵਿਸ ਕਰਾਉਣ ਚੱਲਿਆ, ਮੇਰੇ ਆਉਣ ਤੱਕ ਤਿਆਰ ਰਹੀਂ। मग्गर सिंह ने जोर नाल उसदी गर्दन फड़ के हिलाई ते उसनू ਜ਼ਮੀਨ ਤੇ ਪਈ ਨੂੰ ਹੀ ਛੱਡ ਕੇ ਉਹ ਬਾਹਰ ਚਲਾ ਗਿਆ। ਦਿਨ ਢਲ ਗਿਆ ਪਰ ਮੱਘਰ ਸਿੰਘ ਨਾ ਮੁੜਿਆ। ਲక్ష్ਮੀ ਰੋ ਧੋ ਕੇ ਚੁੱਪ ਕਰ ਗਈ ਸੀ। ਕਿਸਮਤ ਅੱਗੇ ਹਾਰ ਮੰਨ ਲਈ ਉਸਨੇ ਤੇ ਆਪਣੇ ਕੱਪੜੇ ਲੀੜੇ ਇਕੱਠੇ ਕਰਕੇ ਆਪਣੀ ਟਰੰਕੀ ਵਿੱਚ ਰੱਖ ਲਏ। ਸ਼ਾਮ ਤੋਂ ਉਹ ਬੈਠੀ ਮੱਘਰ ਸਿੰਘ ਦੀ ਉਡੀਕ ਕਰ ਰਹੀ ਸੀ, ਜੋ ਟਰੱਕ ਦੀ ਸਰਵਿਸ ਕਰਾਉਣ ਗਿਆ ਹੁਣ ਤੱਕ ਨਹੀਂ ਮੁੜਿਆ ਸੀ। ਬਾਹਰ ਤੇਜ਼ ਹਵਾ ਚੱਲ ਰਹੀ ਸੀ। ਦੁਪਹਿਰ ਤੋਂ ਬੱਦਲਵਾਈ ਦਾ ਮੌਸਮ ਸੀ। ਜਾਣ ਤੋਂ ਪਹਿਲਾਂ ਉਸਨੇ ਛੱਤ ਤੇ ਪਈਆਂ ਪਾਥੀਆਂ ਲਿਆ ਕੇ ਅੰਦਰ ਰੱਖੀਆਂ। ਘਰ ਨੂੰ ਆਖਰੀ ਵਾਰ ਸੰਭਰਿਆ। ਚੁੱਲ੍ਹੇ ਚੌਂਕੇ ਨੂੰ ਪੋਚਾ ਦਿੱਤਾ ਤੇ ਮੱਘਰ ਸਿੰਘ ਦੇ ਕੱਪੜੇ ਧੋ ਸਵਾਰ ਕੇ ਤਹਿ ਮਾਰ ਕੇ ਅੰਦਰ ਰੱਖ ਦਿੱਤੇ। ਅਖੀਰ ਜਦੋਂ ਸ਼ਾਮ ਰਾਤ ਵਿੱਚ ਬਦਲ ਗਈ
ਤਾਂ ਉਸਨੂੰ ਫਿਕਰ ਪਿਆ। ਭਾਵੇਂ ਮੱਘਰ ਸਿੰਘ ਉਸ ਨਾਲ ਖਾਸ ਗੱਲਬਾਤ ਨਹੀਂ ਕਰਦਾ ਸੀ ਕਦੇ, ਪਰ ਉਸਦੇ ਸੁਭਾਅ ਤੋਂ ਉਹ ਚੰਗੀ ਤਰ੍ਹਾਂ ਜਾਣੂ ਸੀ। ਉਸਦੀ ਹਾਂ ਦਾ ਮਤਲਬ ਹਾਂ ਤੇ ਨਾ ਦਾ ਮਤਲਬ ਨਾ ਹੀ ਹੁੰਦਾ ਸੀ। ਤੇ ਅੱਜ ਜਦੋਂ ਉਹ ਕਹਿ ਗਿਆ ਸੀ ਕਿ ਉਹ ਛੇਤੀ ਹੀ ਮੁੜੇਗਾ, ਪਰ ਹੁਣ ਤੱਕ ਨਾ ਆਇਆ, ਤਾਂ ਲੱਛਮੀ ਦਾ ਦਿਲ ਘਟਣਾ ਸ਼ੁਰੂ ਹੋ ਗਿਆ। ਇੰਨੀ ਦੇਰ ਤਾਂ ਉਸਨੇ ਕਦੇ ਵੀ ਨਹੀਂ ਸੀ ਕੀਤੀ। 10 ਵੱਜਦੇ ਨੂੰ ਉਹ ਹਰ ਹਾਲਤ ਵਿੱਚ ਘਰ ਮੁੜ ਆਉਂਦਾ ਹੁੰਦਾ ਸੀ ਤੇ ਹੁਣ ਤਾਂ ਸ਼ਾਇਦ 12 ਵੱਜ ਗਏ ਹੋਣੇ ਨੇ। ਉਹ ਵਾਰ-ਵਾਰ ਦਰਵਾਜ਼ਾ ਖੋਲ੍ਹ ਕੇ ਗਲੀ ਵਿੱਚ ਝਾਤ ਮਾਰਦੀ। ਅਖੀਰ ਜਦੋਂ ਉਸਦੇ ਸਬਰ ਦੀ ਹੱਦ ਹੋ ਗਈ ਤਾਂ ਉਸਨੇ ਲਾਲਟਨ ਚੁੱਕੀ ਤੇ ਘਰੋਂ ਬਾਹਰ ਨੂੰ ਉਹ ਤੁਰ ਪਈ। ਪਤਾ ਨਹੀਂ ਕਿੰਨੇ ਮੀਲ ਉਹ ਪੈਦਲ ਤੁਰਦੀ ਰਹੀ, ਪਰ ਮੱਘਰ ਸਿੰਘ ਦਾ ਟਰੱਕ ਉਸ ਨੂੰ ਕਿਤੇ ਨਾ ਦਿਖਿਆ। ਕਾਲੀ ਹਨੇਰੀ ਰਾਤ ਵਿੱਚ ਦੂਰ ਦੂਰ ਤੱਕ ਕੋਈ ਰੌਸ਼ਨੀ ਦਿਖਾਈ ਨਹੀਂ ਦੇ ਰਹੀ ਸੀ। ਉੱਤੋਂ ਹਵਾ ਹਨੇਰੀ ਵਿੱਚ ਬਦਲਦੀ ਜਾ ਰਹੀ ਸੀ। ਪਤਾ ਨਹੀਂ ਕਿਹੜੇ ਵੇਲੇ ਤੂਫਾਨ ਆ ਜਾਵੇ ਤੇ ਉਹ ਰਾਹ ਵਿੱਚ ਹੀ ਘਿਰ ਜਾਵੇ। ਉਹ ਥੱਕ ਕੇ ਮੁੜਨ ਹੀ ਲੱਗੀ ਸੀ ਕਿ ਉਸਨੂੰ ਕੁਝ ਕਦਮਾਂ ਤੇ ਸੜਕ ਦੇ ਕਿਨਾਰੇ ਕਿਸੇ ਕਾਲੀ ਜਿਹੀ ਚੀਜ਼ ਦਾ ਝੋਲਾ ਪਿਆ। ਉਸਦੇ ਪੈਰਾਂ ਵਿੱਚ ਫੁਰਤੀ ਆ ਗਈ। ਉਸਨੇ ਲਾਲਟਨ ਨੂੰ ਆਪਣੀ ਸਾੜੀ ਦੇ ਪੱਲੇ ਨਾਲ ਢਕਿਆ ਹੋਇਆ ਸੀ, ਜੋ ਹਵਾ ਦੇ ਜ਼ੋਰ ਨਾਲ ਵਾਰ-ਵਾਰ ਬੁਝੂ ਕਰ ਰਹੀ ਸੀ। ਇਹ ਮੱਘਰ ਸਿੰਘ ਦਾ ਹੀ ਟਰੱਕ ਸੀ। ਉਹ ਸੜਕ ਦੇ ਖੱਬੇ ਪਾਸੇ ਟਰੱਕ ਲਾ ਕੇ ਉਸ ਦਾ ਟਾਇਰ ਬਦਲ ਰਿਹਾ ਸੀ, ਜੋ ਸ਼ਾਇਦ ਰਾਹ 'ਚ ਆਉਂਦੇ ਸਮੇਂ ਪੰਕਚਰ ਹੋ ਗਿਆ ਸੀ। ਪਰ ਹਵਾ ਤੇਜ਼ ਹੋਣ ਕਰਕੇ ਤੇ ਹਨੇਰਾ ਹੋਣ ਕਰਕੇ ਉਸ ਤੋਂ ਇਹ ਕੰਮ ਪੂਰਾ ਨਹੀਂ ਹੋ ਰਿਹਾ ਸੀ। ਟਰੱਕ ਵਿੱਚ ਪਈ ਬੈਟਰੀ ਉਸ ਨੂੰ ਲੱਭ ਨਹੀਂ ਸੀ ਰਹੀ, ਜਾਂ ਉਹ ਕਿਤੇ ਛੱਡ ਆਇਆ ਸੀ। ਦੂਜਾ, ਉਸਨੇ ਸ਼ਰਾਬ ਬਹੁਤ ਪੀਤੀ ਹੋਈ ਸੀ। ਹੱਥ ਲਾਉਂਦਾ ਕਿਤੇ ਹੋਰ ਸੀ ਤੇ ਪੈਂਦਾ ਕਿਤੇ ਹੋਰ ਸੀ। ਉਹ 2 ਘੰਟਿਆਂ ਤੋਂ ਟਰੱਕ ਨਾਲ ਲਟਾਪੀਂਗ ਹੋ ਰਿਹਾ ਸੀ, ਪਰ ਗੱਲ ਬਣ ਨਹੀਂ ਸੀ ਰਹੀ। ਆਪਣੇ ਤੋਂ ਥੋੜੀ ਜਿਹੀ ਦੂਰ ਉਸਨੇ ਕੋਈ ਪਰਛਾਵਾਂ ਜਿਹਾ ਦੇਖਿਆ, ਜੋ ਹੱਥ 'ਚ ਰੌਸ਼ਨੀ ਫੜੀ ਤੁਰ ਰਿਹਾ ਸੀ। ਮੱਘਰ ਸਿੰਘ ਉੱਠ ਕੇ ਖੜਾ ਹੋਇਆ ਕਿ ਇਸ ਰਾਹੀ ਨੂੰ ਕਹੇ ਉਸ ਦੀ ਮਦਦ ਕਰੇ। ਉਹ ਸੜਕ ਦੇ ਵਿਚਾਲੇ ਆ ਕੇ ਖੜ ਗਿਆ ਤੇ ਹੱਥ ਮਾਰ ਕੇ ਰਾਹੀ ਨੂੰ ਰੁਕਣ ਦਾ ਉਹ ਇਸ਼ਾਰਾ ਕਰਨ ਲੱਗਾ। ਪਰਛਾਵਾਂ ਉਸ ਕੋਲ ਆ ਕੇ ਰੁਕ ਗਿਆ। ਮੱਘਰ ਸਿੰਘ ਨੇ ਅੱਖਾਂ ਟੱਡੀਆਂ, ਕਈ ਵਾਰ ਖੋਲੀਆਂ ਤੇ ਬੰਦ ਕੀਤੀਆਂ। ਹੱਥਾਂ ਨਾਲ ਅੱਖਾਂ ਨੂੰ ਮਲਿਆ। ਉਸ ਨੂੰ ਕੋਈ ਭੁਲੇਖਾ ਤਾਂ ਨਹੀਂ ਪੈ ਰਿਹਾ। ਤੂੰ ਬੰਗਾਲਣੇ? ਉਹ ਨਸ਼ੇ 'ਚ ਝੂਮ ਰਿਹਾ ਸੀ। ਹਾਂ, ਮੈਂ ਹੀ ਹੂੰ। ਲੱਛਮੀ ਦੀ ਮਰੀ ਜਿਹੀ ਆਵਾਜ਼ ਆਈ। ਤੂੰ ਇੱਥੇ ਕੀ ਕਰਨ ਆਈ ਹੈ? मगर सिंह परेशान सी। मैं बहुत देर तक तुम्हारा इंतजार करती रही, तुम नहीं आए तो लालटन लेके देखने आ गई। मैंने सोचा तूफानी रात है, कहीं रास्ते में तुम्हारी गाड़ी खराब ना हो गई हो और तुम अंधेरे में खड़े हो रहो। वो डरदी डरदी बोली। मगर सिंह दी शराब उतर गई। लक्ष्मी नूं ध्यान नाल देखिया उसने। गिट्टियां तक खुले हवा च उड़दे वाल, मृगनैणी अखां च रात नूं इकल्लियां तुरन दा भै ते परेशानी, लालटन नूं संभालदे थर थर कंबदे उसदे हत्थ ते नंगे पैर। जे तैनूं राह च रात नूं कल्ली नूं कुछ हो जांदा कमलिए फेर? उसने अपनियां मुट्ठियां च घुट के उसदे वाल फड़े। मेरे तो कुछ नहीं है, पर इस अंधेरी रात में अगर तुम्हें कुछ हो जाता तो? उसने पलकां उपर चुकियां। मेरे हनेरे दा तैनूं इन्ना फिक्र है लच्छिए? ते जिन्हां हनेरियां च मैं तैनूं छड्डण चलिया उत्थे जाके कोई तीमी कदे वापस नहीं मुड़दी, कोई रोशनी दी किरण नहीं जांदी उत्थे। मगर सिंह ने मन ही मन विच सोचिया पर कह ना सकिया। मेरी इन्नी चिंता है तैनूं लच्छिए? वो उसदे होर नेड़े आ गया। मेरे मर्द हो तुम, मेरे मालिक, मैं चाहे तुम्हारी मुल की तीमी हूं। लक्ष्मी दी दर्द च डुबी जख्मी आवाज रात दी चुप च दूर दूर तक हवा विच फैल गई। लच्छी? मगर सिंह दे किते चीस जी पई। कोई तीमी मुल दी नहीं हुंदी कमलिए, मजबूरी मुल दी हुंदी है। तीमी दा भी कदे कोई मुल होया? बेवसी दा मुल हुंदा है, हालात दा मुल हुंदा है। आख के उसने लक्ष्मी नूं अपनियां बाहां विच लै लिया
ਲੱਛਮੀ ਕਿਸੇ ਸਹਿਮੇ ਹੋਏ ਪੰਛੀ ਵਾਂਗ ਡਰੀ ਹੋਈ ਉਸ ਦੇ ਨਾਲ ਲੱਗ ਗਈ। ਦੂਰ ਕਿਤੇ ਬੱਦਲ ਕੜਕਿਆ ਤੇ ਧਰਤੀ ਦਹਿਲ ਗਈ। ਸ਼ਾਇਦ ਕਿਤੇ ਖੇਤਾਂ ਵਿੱਚ ਬਿਜਲੀ ਡਿੱਗੀ ਹੋਵੇ। ਉਹ ਦੋਵੇਂ ਉੱਥੇ ਖੜੇ ਕੰਬ ਗਏ। ਜ਼ੋਰ ਦੀ ਹਵਾ ਦਾ ਬੁੱਲਾ ਆਇਆ ਤੇ ਲੱਛਮੀ ਦੇ ਹੱਥ 'ਚ ਫੜੀ ਲਾਲਟੈਨ ਬੁਝ ਗਈ। ਲਾਲਟੈਨ ਬੁਝ ਗਈ। ਲੱਛਮੀ ਨੇ ਘਬਰਾ ਕੇ ਕਿਹਾ, ਲਾਲਟਨ ਦੀ ਲੋੜ ਨਹੀਂ ਰਹੀ ਲੱਛੀਏ, ਬਹੁਤ ਰੌਸ਼ਨੀ ਹੋ ਗਈ ਹੈ। ਆਖ ਕੇ ਮੱਘਰ ਸਿੰਘ ਨੇ ਉਸ ਦੇ ਹੱਥ 'ਚ ਫੜੀ ਲਾਲਟਨ ਫੜ ਕੇ ਸੜਕ ਦੇ ਦੂਜੇ ਪਾਸੇ ਵਗਾਹ ਮਾਰੀ। ਲੱਛਮੀ ਦੇ ਵਾਲ ਉੱਡ ਕੇ ਵਾਰ-ਵਾਰ ਉਸ ਦੇ ਮੂੰਹ ਤੇ ਪੈ ਰਹੇ ਸਨ। ਅਵਾਰਾ ਅਥਰੇ ਵਾਲ। ਮੱਘਰ ਸਿੰਘ ਨੇ ਦੋਹਾਂ ਹੱਥਾਂ ਨਾਲ ਉਸ ਦੇ ਵਾਲ ਫੜੇ ਤੇ ਆਪਣੀ ਗਰਦਨ ਦੁਆਲੇ ਲਪੇਟ ਲਏ। ਲੱਛਮੀ ਦੀਆਂ ਅੱਖਾਂ ਹਨੇਰੇ 'ਚ ਦੀਵਿਆਂ ਵਾਂਗ ਚਮਕੀਆਂ, ਹੈਰਾਨੀ ਤੇ ਪਰੇਸ਼ਾਨੀ ਭਰੀਆਂ। ਉਸ ਨੂੰ ਲੱਗਿਆ ਉਸ ਦੇ ਸਾਹਮਣੇ ਕੋਈ ਕਾਲੇ ਕੱਪੜਿਆਂ ਵਾਲਾ ਬੰਦਾ ਨਹੀਂ, ਕਾਲਾ ਪਹਾੜ ਖੜਾ ਹੈ। ਮੱਘਰ ਸਿੰਘ ਦੇ ਜਵਾਨ ਜਿਸਮ 'ਚੋਂ ਆਉਂਦੀ ਪਸੀਨੇ ਦੀ ਬਦਬੂ ਉਸ ਦੇ ਦਿਮਾਗ ਨੂੰ ਨਸ਼ੇ ਵਾਂਗ ਚੜ੍ਹੀ ਤੇ ਆਪਣਾ ਸਿਰ ਉਸ ਨੇ ਮੱਘਰ ਸਿੰਘ ਦੀ ਛਾਤੀ ਤੇ ਰੱਖ ਦਿੱਤਾ। ਉਸ ਨੂੰ ਲੱਗਿਆ ਉਸ ਦਾ ਸਿਰ ਕਿਸੇ ਬੰਦੇ ਦੀ ਛਾਤੀ ਤੇ ਨਹੀਂ, ਪਥਰੀਲੀ ਚਟਾਨ ਤੇ ਪਿਆ ਹੈ। ਮੱਘਰ ਸਿੰਘ ਨੇ ਆਪਣੇ ਬੁੱਲ ਲੱਛਮੀ ਦੇ ਮੱਥੇ ਤੇ ਰੱਖ ਦਿੱਤੇ। ਲੱਛਮੀ ਨੂੰ ਮਹਿਸੂਸ ਹੋਇਆ ਜਿਵੇਂ ਉਸ ਦੇ ਮੱਥੇ ਤੇ ਕੋਈ ਅੰਗਾਰਾ ਟਿਕਿਆ ਹੋਵੇ। ਇੱਕ ਸੇਕ ਉਸ ਦੇ ਮੱਥੇ 'ਚੋਂ ਫੈਲ ਕੇ ਉਸ ਦੀਆਂ ਰਗਾਂ ਵਿੱਚ ਹੀ ਹੁੰਦਾ ਹੋਇਆ ਸਾਰੇ ਜਿਸਮ ਨੂੰ ਜਾ ਰਿਹਾ ਸੀ। ਬੱਦਲ ਫੇਰ ਜ਼ੋਰ ਦੀ ਕੜਕਿਆ ਤੇ ਦੋਵੇਂ ਨੀਂਦ 'ਚੋਂ ਜਾਗੇ। आओ घर चलें, अब तूफान आने वाला है। लक्ष्मी उसकी छाती तो सिर चुकती हुई बोली, तूफान तो लंघ गया लच्छी, हुण कोई तूफान नहीं आवेगा, हुण आपां किनारे ते हां। आख के मग्गर सिंह ने उसनूं बाहां 'च चुक्किया ते पक्की सड़क दा राह छड्ड के पिंड वल जांदी कच्ची पगडंडी ते वो पैदल ही तुर पिया। वो हाले 2 कदम ही तुरिया सी कि मींह दा छड़ाका पिया। लक्ष्मी ने अपना मूँह मग्गर सिंह दी छाती विच छुपा लिया। पूरे जोर नाल मींह पै रिहा सी। मग्गर सिंह पानी नाल तरबतर सी। उसनूं लग्या जिवें लच्छी उस दे सीने विच मूँह छुपा के रो रही है। पता नहीं ये लच्छी दे हंझू सन जां मींह दा पानी, पर मग्गर सिंह नूं अज ये गिल्लापन बहुत चंगा लग रहा सी। दोस्तों, ये सी कहानी मुੱਲ ਦੀ ਤੀਵੀਂ।